सतनाम वाहिगुरु। कशी कौल पुरवा कुनंद एतबार, हमारोज आखर सुवद मर्द ख्वार। हुमारा कशी साया आयत बजेर, बरो दस्त दारद न जागे दलेर। कशे पुष्ट उफतद कपशे शेर नर, ना गिरद बुझो में शो आहो गुजर। कसम मुस्फाहे खुद अगर ई खुरम, ना फौजे अजीब जेर शुभ अफगानम। तो ये पावन 18 नंबर शेर तक ये उच्चारण सुनिया जी। ਹੁਣ आओ ਆਪਾਂ ਇਹਦੇ ਜਿਹੜੇ ਅਰਥ ਨੇ ਉਹਨਾਂ ਨੂੰ ਬੜੇ ਧਿਆਨ ਨਾਲ ਪਹਿਲਾਂ ਅੱਖਰੀ ਅਰਥ ਕਰੀਏ। ਆਪਾਂ ਵੀ ਅੱਖਰੀ ਅਰਥ ਕੀ ਨੇ। ਕਸ਼ੇ ਕੌਲ ਪੁਰਵਾ ਕੁਨੰਦ ਏਤਬਾਰ। ਕਸ਼ੇ ਦਾ ਅਰਥ ਹੈ ਕੋਈ, ਕੌਲ ਦਾ ਅਰਥ ਹੈ ਸਹੁੰ। ਕੌਲ ਕਰਾਰ ਇੱਕ ਸ਼ਬਦ ਅਸੀਂ ਪੰਜਾਬੀ 'ਚ ਪਹਿਲਾਂ ਵਰਤਦੇ ਸੀ, ਕੌਲ ਕਰਨਾ, ਕਰਾਰ ਕਰਨਾ। ਕੌਲ ਦਾ ਅਰਥ ਹੈ ਸਹੁੰ, ਕੁਰੇ। ਕੁਨੰਦ, ਕੁਨ ਦਾ ਅਰਥ ਹੈ ਤੇਰੀ। ਪੁਰਾ ਦਾ ਅਰਥ ਹੈ ਕਰੇ ਜਾਂ ਕਰਨਾ। ਕਸ਼ੇ ਦਾ ਅਰਥ ਹੈ ਕੋਈ, ਕੌਲ ਦਾ ਅਰਥ ਹੈ ਸਹੁੰ, ਪੁਰਾ ਦਾ ਅਰਥ ਹੈ ਕਰੇ, ਕੌਣ ਕਰੇ। ਕੁਨੰਦ ਤੇਰੀ, ਏਤਬਾਰ, ਇਤਬਾਰ ਦਾ ਅਰਥ ਹੁੰਦਾ ਵਿਸ਼ਵਾਸ, ਭਰੋਸਾ। ਹਮਾ ਰੋਜ਼ ਆਖਰ ਸਬਦ ਮਰਦ ख्वार। ਹਮਾ ਦਾ ਅਰਥ ਹੁੰਦਾ ਉਹ, ਰੋਜ਼ ਆਖਰ ਅਖੀਰ ਨੂੰ, ਸ਼ਬਦ ਮਰਦ ख्वार। ਸ਼ਬਦ ਦਾ ਅਰਥ ਹੁੰਦਾ ਹੈ, ख्वार ਉਹ ਬੰਦਾ, ਉਹ ਮਰਦ ख्वार ਹੁੰਦਾ ਹੈ। ਤੋ ਧੰਨ ਗੁਰੂ ਕਲਗੀਧਰ ਸਤਿਗੁਰੂ ਪਾਤਸ਼ਾਹ ਔਰੰਗਜ਼ੇਬ ਨੂੰ ਇਹ ਬਚਨ ਕਹਿ ਰਹੇ ਨੇ, ਹੇ ਔਰੰਗਜ਼ੇਬ, ਜੇਕਰ ਕੋਈ ਆਦਮੀ ਤੇਰੀ ਕੁਰਾਨ ਦੇ ਉੱਪਰ, ਤੇਰੇ ਕੌਲਾਂ ਦੇ ਉੱਪਰ, ਤੇਰੇ ਬਚਨਾਂ ਦੇ ਉੱਪਰ ਭਰੋਸਾ ਕਰ ਲਵੇ, ਤੇ ਅੱਜ ਤੋਂ ਬਾਅਦ ਇਹ ਗੱਲ ਚੇਤਾ ਰੱਖੀ, ਤੂੰ ਆਪਣਾ ਇਤਬਾਰ ਗਵਾ ਲਿਆ, ਤੂੰ ਆਪਣਾ ਭਰੋਸਾ ਲੋਕਾਂ ਤੋਂ ਗਵਾ ਲਿਆ ਹੈ। ਹਮਾਰੋਜ ਆਖਰ ਸਵਦ ਮਰਦ ख्वार। ਹੁਣ ਸਭ ਨੂੰ ਪਤਾ ਲੱਗ ਗਿਆ ਕਿ ਜੇਕਰ ਕੋਈ ਤੇਰੀਆਂ ਕਸਮਾਂ ਤੇ ਇਤਬਾਰ ਕਰੇਗਾ, ਭਰੋਸਾ ਕਰੇਗਾ, ਤੇ ਅੰਤ ਨੂੰ ਉਹਨੇ ख्वार ਹੋਣਾ ਹੈ। ਕਿਉਂਕਿ ਤੂੰ ਬੇਇਤਬਾਰਾ ਹੈ, ਤੂੰ ਭਰੋਸੇ ਕਰਨ ਯੋਗ ਨਹੀਂ ਹੈ। ਅੱਜ ਤੋਂ ਬਾਅਦ ਤੇਰੇ ਉੱਤੇ ਦੁਨੀਆ ਵਿੱਚ ਕੋਈ ਇਤਬਾਰ ਨਹੀਂ ਕਰੇਗਾ, ਕਿਉਂਕਿ ਤੂੰ ਆਪਣਾ ਭਰੋਸਾ ਗਵਾ ਲਿਆ ਹੈ। ਤੋ ਇਹ ਜਿਹੜਾ ਗੁਰਮੁਖੋ ਸ਼ੇਰ ਆ ਨਾ, ਅਸਲ ਦੇ ਵਿੱਚ ਜਿਹੜਾ ਔਰੰਗਜ਼ੇਬ ਸੀ, ਔਰੰਗਜ਼ੇਬ ਦੀ ਇਹ ਆਦਤ ਬਣ ਚੁੱਕੀ ਸੀ ਪਹਿਲਾਂ ਵੀ। ਪਹਿਲਾਂ ਵੀ ਉਹਨੇ ਪੂਰੇ ਹਿੰਦੁਸਤਾਨ 'ਤੇ ਕਬਜ਼ਾ ਜਦੋਂ ਕੀਤਾ, ਵੱਖੋ ਵੱਖਰੇ ਤਰੀਕਿਆਂ ਦੇ ਨਾਲ, ਇੱਦਾਂ ਕਈ ਵਾਰ ਪਹਿਲਾਂ ਵੀ ਵਿਸ਼ਵਾਸ ਉਹਨੇ ਤੋੜਿਆ ਸੀ। ਜਿਵੇਂ ਕਿ ਜਦੋਂ ਅਸੀਂ ਹਿੰਦੁਸਤਾਨ ਦੀ ਹਿਸਟਰੀ ਪੜ੍ਹਦੇ ਹਾਂ, ਸਾਊਥ ਦੇ ਵਿੱਚ ਇੱਕ ਥਾਂ ਆਉਂਦੀ ਹੈ ਬੀਜਾਪੁਰ। ਬੀਜਾਪੁਰ ਦੀ ਜਿਹੜੀ ਜਿੱਤ ਸੀ, ਉਹ ਵੀ ਔਰੰਗਜ਼ੇਬ ਨੇ ਇਸੇ ਤਰੀਕੇ ਨਾਲ ਕੀਤੀ ਸੀ। ਇਸੇ ਤਰ੍ਹਾਂ ਇੱਕ ਗੋਲਕੁੰਡਾ, ਇਹ ਵੀ ਤੇਲੰਗਾਨਾ ਹੈਦਰਾਬਾਦ ਦੇ ਵੱਲ ਇੱਕ ਸਥਾਨ ਹੈ ਗੋਲਕੁੰਡਾ। ਗੋਲਕੁੰਡੇ ਦੇ ਵਿੱਚ ਚੜ੍ਹਾਈ ਕੀਤੀ ਔਰੰਗਜ਼ੇਬ ਨੇ। ਉੱਥੇ ਕੁਝ ਪੁਰਾਣੇ ਜਿਹੜੇ ਮੁਸਲਮਾਨ ਫਕੀਰ ਸਨ, ਉਹਨਾਂ ਦੀਆਂ ਮਜ਼ਾਰਾਂ ਸੀ ਗੋਲਕੁੰਡਾ ਦੇ ਵਿੱਚ। ਜਿਹੜਾ ਉੱਥੋਂ ਦਾ ਨਵਾਬ ਸੀ ਗੋਲਕੁੰਡੇ ਦਾ, ਉਹਨੇ ਔਰੰਗਜ਼ੇਬ ਨੂੰ ਸੁਨੇਹਾ ਘੱਲਿਆ ਵੀ ਔਰੰਗਜ਼ੇਬ, ਮੈਂ ਤੇਰੇ ਨਾਲ ਲੜਾਈ ਨਹੀਂ ਚਾਹੁੰਦਾ, ਮੈਂ ਤੇਰੇ ਨਾਲ ਜੰਗ ਨਹੀਂ ਚਾਹੁੰਦਾ, ਇਸ ਕਰਕੇ ਤੂੰ ਆਪਣੀਆਂ ਫੌਜਾਂ ਲੈ ਕੇ ਇੱਥੋਂ ਵਾਪਸ ਹੀ ਚਲਾ ਜਾ। ਤੇ ਔਰੰਗਜ਼ੇਬ ਨੇ ਉਹਦੇ ਨਾਲ ਗੱਲਬਾਤ ਕੀਤੀ, ਆਮੋ ਸਾਹਮਣੇ ਬਹਿ ਕੇ ਕਹਿਣ ਲੱਗਾ ਵੀ ਨਹੀਂ ਨਵਾਬ ਸਾਹਿਬ, ਵੀ ਮੈਂ ਤੁਹਾਡੇ ਇੱਥੇ ਹਮਲਾ ਕਰਨ ਵਾਸਤੇ ਨਹੀਂ ਆਇਆ, ਇੱਥੇ ਤਾਂ ਸਾਡੇ ਪੁਰਾਣੇ ਮੁਸਲਮਾਨਾਂ ਦੀਆਂ, ਪੀਰਾਂ ਫਕੀਰਾਂ ਦੀਆਂ ਮਜ਼ਾਰਾਂ ਨੇ, ਤੇ ਮੈਂ ਤਾਂ ਉਹਨਾਂ ਮਜ਼ਾਰਾਂ ਉੱਤੇ ਨਤਮਸਤਕ ਹੋਣ ਵਾਸਤੇ ਆਇਆ, ਦਰਸ਼ਨ ਕਰਨ ਵਾਸਤੇ ਆਇਆ।
इस करके तू बेफिक्र हो जा, कोई तेनों तैयारी करने की लोड़ नहीं, कोई तेनों फौजां लाउण की लोड़ नहीं। मैं तेरे नाल जंग करने वास्ते नहीं आया, तू अपना काम कर, मैं ते दर्शन करन आया पीरां पीरां दीयां मज़ारां दे उपर ते मैं चले जाना। इदां करके औरंगजेब ने की कीता, ओहदियां फौजां पिछे करवा दित्तियां। भरोसा किया भी तू फिक्र ना कर। जो ओहदियां फौजां पिछे हो गई तो औरंगजेब अपनियां फौजां नूं लैके, अद्धियां फौजां नूं लैके अंदर चला गया, गोलकुंडे दे अंदर चला गया। तो हुण बाहर भी औरंगजेब दीयां फौजां अद्धियां ते अद्धियां फौजां औरंगजेब दीयां गोलकुंडे दे अंदर वड़ गईयां। इस बहाने भी दर्शन करने वास्ते असीं आए हैं। इस तरह फिर एकदम औरंगजेब ने हमला किया, सारे वादे भुल गया, इतबार सब कुछ खत्म कर दिता ते गोलकुंडे के उपर कब्जा कर लिया औरंगजेब ने। इदा कई वादे करके, बचन करके, सौहां खा के औरंगजेब पहला भी धोखा कर चुकिया सी। पर हुण सवाल पैदा होंदा है, बंदा कह सकता भी जेकर पहला ही वो कर चुकिया सी इस गल नूं धोखा, तो कि कलगीधर पातशाह नूं पता नहीं सी करेगा धोखा? नहीं, पता सी सतगुरु पातशाह, क्योंकि वो तो अंतरजामी जानते ने। कारण की सी? धन गुरु कलगीधर पातशाह गल औरंगजेब की नहीं गल करते, गल कुरान की करते हैं। जिहड़ी वो सौं खांदा ना, सौं वो कुरान की खांदा गुरमुख। ते धन गुरु कलगीधर पातशाह जिवें एक बचन आउंदा है, ठीकर फूल दलीस सिर प्रॉपर किया बयान। ठीकर फूल दलीस सिर, दलीस तो दरवाजे के उपर गुरु कलगीधर पातशाह कहते ने, साडे पिता गुरु तेग बहादुर ने दलीस सिर, दलीस का अर्थ है औरंगजेब बादशाह, औरंगजेब बादशाह तेरे दरवाजे के उपर अपनी मौत का ठीकरा भन्निया। ठीकर फूल दलीस सिर प्रॉपर किया पिया। अर्थ की बनया भी औरंगजेब, जो तेरी अंदर की बेईमानी सी, जो तेरे अंदर का शैतानियत सी, उन्होंने गुरु तेग बहादुर साहब पातशाह ने, क्योंकि आपां तां हुण कई इतिहासकार ते ये कहंदे ने भी जी गुरु तेग बहादुर साहब सतगुरु पातशाह सी जिहड़े, उन्होंने पता सी शहीदी हो जाएगी। सतगुरां नूं ये पता सी भी शहीदी होएगी, पर पातशाह ने शहादत होने तो पहला औरंगजेब नूं यतन किया समझाउण दा भी जिहड़ा तेरा ये तरीका है ना, दमनकारी तरीका जिहड़ा है, हिंदुआं नूं दबा के राज स्थापित करना चाहुंदा है, मुरदियां दियां कबरां दे उत्ते राज करने सुखावे नहीं हुंदे, ते तू इन्हां नूं मार के राज कर भी लवेंगा तो की तैनूं सुख मिलेगा? इदा पातशाह ने समझाया सी उसनूं, पर वो समझिया नहीं। तो इस तरह धन गुरु कलगीधर पातशाह कहते, औरंगजेब मैनू पता सी तू झूठा है, मैनू पता सी तू बेअतबारा है, पर जिहड़ी तू कुरान की सौं खाना ना, कुरान झूठी नहीं है। थोड़ा ये बचन समझो, तू झूठा है, तू बेईमान है, तू बेअतबारा, मैनू पता सी, पर जिहड़ी तू कुरान की सौं खा रहे हैं वो कुरान झूठी नहीं है। इस करके मैं कुरान की इज्जत, कुरान का मान सत्कार बहाल करने की खातर मैं इस दे उत्ते भरोसा किया। भाव के पातशाह कुरान का सत्कार करते सन, तो कुरान झूठा नहीं सी, इस करके ही पातशाह ने वो बचना मन्निया। तो पातशाह कहते, कसे कौल पुरवा कुनंद एतबार, हमारोज आखर सवद मर्द खुवार। कोई तेरी सौहां दे उपर इतबार भी कर लवे, विश्वास भी कर लवे, हमारोज आखर अखीर नूं उस बंदे ने सवद मर्द खुवार, उन्हें खुवार ही होना है। तो ये गल औरंगजेब हुण दुनिया के लोगों नूं पता लग चुकी है। हमारा साई हमारा कसे साया आयद बजेर, बरो दस्त दारद न जागे दलेर। हमारा कशे साया आयद बजेर। धन गुरु कलगीधर पातशाह कहन लगे, औरंगजेब जे किसे दे उपर हुमा पंछी का परछावां होवे तो उसनूं तेरे वर्गा जागे दलेर, जागे का अर्थ है कां, दलेर का अर्थ है चलाक,
आम तौर के उत्ते ना आपां कहने बंदा बड़ा दलेर है, दलेर अर्थ आपां बहादुर करते हैं, पर दलेर का अर्थ ना चलाक। ना जागे दलेर, कह लगे बरो दस्तदारद, हथ नहीं पा सकता, दस्त अर्थ हुंदा हथ पाउणा। ना जागे दलेर चलाक कां, उसनों हथ नहीं पा सकता जिस दे सिर के उपर हुमा पंछी का साया होवे, परछावां होवे। थोड़ा इनू समझो अर्थ की बनता है। जिहड़ा हुमा पंछी है ना गुरमुखो, क्योंकि हुमा पंछी दे समझे तो बिना तुहानूं ये अर्थ नहीं समझ आउणे। जिहड़ा हुमा पंछी है, हुमा एक पंछी है ईरानी, जिहड़ी इतिहास मिथिहास है ईरानी, ईरान देश दी कथा कहानियां ने जिहड़ियां, ਉਹਦੇ ਵਿੱਚ हुमा पंछी का बहुत जिक्र आउंदा है। मन्निया जाता भी हुमा पंछी सारी जिंदगी आसमान में उड़ता है, धरती ते बैठता ही नहीं है। ਉਹਦਾ सिर हुंदा है, धड़ हुंदा है, पर ਉਹਦੇ पैर नहीं हुंदे। इदां दा पंछी है एक, वो भावें कहंदे ने काल्पनिक पंछी है, पर ਉਹਦੀਆਂ कहानियां आउंदियां ने ईरानी इतिहास दे विच। ਉਹਦਾ सिर हुंदा है, धड़ हुंदा है, पैर नहीं हुंदे। हुमा पंछी उड़ता है जिंदगी पर आकाश में उड़ता है, अपना आलना नहीं बनाता कदे भी, क्योंकि बैठता ही नहीं है, उड़ता ही सारी जिंदगी उड़ता ही रहता है। तो चेता करो हुमा पंछी जदों खत्म होंदा है ना, ਉਹਦੀ खत्म होना तो ਉਹਦਾ पैदा होना, ये भी बड़ा ही कौतकमई कह लो, एक हैरान करने वाला है। उड़दा उड़दा वो जदों बजुर्ग हो जाता है तो कहते उन्होंने अग लग जाती है। जो अग लग जाती है फिर वो धरती ते डिग पैंदा, अखीरले समय डिगदा धरती ते, धरती ते डिगदा, उन्होंने अग लग जाती है। तो लोग सोचते ने भी हुण हुमा पंछी खत्म हो गया, मर गया, स्वाह हो गया, स्वाह हो जाता है। पर उसदी राख दे विचों एक आंडा निकलता है, जिहड़ा उसदे पेट विच हुंदा पहला, वो आंडा टुटदा है तो उस आंडे विचों एक नवा हुमा पंछी पैदा होंदा है। तो वह पंछी फड़फड़ाउंदा है तो आसमान दे विच फिर उच्चियां उडारियां मारदा है। इतिहास कहता है भी धन गुरु कलगीधर पातशाह ने जिहड़ा खालसा पैदा किया, हुमा पंछी वांग पैदा किया। जिवें दुनिया के लोग समझते सन हुमा पंछी दुनिया समझती है स्वाह हो गया, राख हो गया, पर उसकी राख के विचों एक नवा हुमा पंछी तैयार होंदा है। इस तरह दुनिया के लोगों ने, औरंगजेब बादशाह ने समझा सी कि गुरु तेग बहादुर साहब पातशाह नूं खत्म कर दिता है, हुण राख हो गया, सिख सिख तां राख हो गए ने, पर गुरु तेग बहादुर की राख दे विचों कहंदे खालसे वर्गे हुमा पंछी ने जन्म लिया। तो ये इतिहासकार ये बिरतांत भी सिरजते हैं जी। दूसरे पासे जिहड़ा हुमा पंछी है वो राख हो जाता है, उहदे विचों नवा हुमा पंछी तैयार होकर आसमान उडारियां मारदा, ते मन्निया जाता है कि जिस दे उपर हुमा पंछी का परछावां पै जाए, उहदी परछावां हुंदा है, जिस दे उपर भी हुमा पंछी का परछावां पै जे, उहदी जिंदगी की कंगाली, उहदी जिंदगी की गरीबी कट्टी जाती है, उहदे जिंदगी भर के दुख रोग कट्टे जाते हैं, उहनूं वड्डे भागां वाला समझिया जाता है। जिस दे उपर हुमा पंछी का परछावां पै जे, ना उहनूं कोई दुख आउंदा है, ना कोई रोग लगता है, ना उहनूं कोई दुख पहुँचा सकता है। तो धन गुरु कलगीधर पातशाह यही वचन कह रहे ने कि वो परमात्मा का परछाया मेरे ऊपर है, तो परमात्मा का परछावा हुमा पंछी वर्गा हुंदा है। औरंगजेब हुमारा कसे साया आयद बजेर, जिस दे उपर हुमा पंछी का परछावा होवे, बरो दस्तदार ना जागे दलेर, तेरे वर्गे जागे दलेर चलाक कां उसका कुछ भी नहीं बिगाड़ सकते। कशे पुष्ट उफतद पशे शेर नर, ना गिरद बुझो मेसो आहू गुजर। कशे जे कोई पुष्ट पिठ, उफतद खड़ा होवे, पशे शेर नर, शेर नर दा अर्थ है आदमी, ना गिरद
बुझो मेसो आह गुजर दा गीर ना गीर दा अर्थ पकड़ नहीं सकते। बुझो बकरी, मेसो भेड़, आहू दा अर्थ है हिरन। हाँ एक मिनट मैं देख लवां क्योंकि तुहाडे कोले जिहड़ी ये मेरे कोले हो रहा खड़ा की कह रहे हो। हाँ कशे का अर्थ है जे कोई, पुष का अर्थ है पिठ, उफ्त का अर्थ है खड़े खड़ा होवे, पसे शेर नर शेर ते नर का अर्थ है आदमी। ना गीरद बुझो, गीर का अर्थ होंदा पकड़ना, बुझो का अर्थ है बकरी, मेसो का अर्थ है भेड़, आहू का अर्थ है हिरन। गुजर, गुजर का अर्थ होंदा नंग नहीं सकते, भाव के ਉਹਨੂੰ ਵਸ ਚ नहीं कर सकते, ਕੋਲੋਂ ਦੀ नहीं लंघ सकते। तो धन गुरु कलगीधर पातशाह कह रहे ने, कहन लगे जे कोई नर, जे कोई मनुख शेर दी शरण चला जावे, भाव कि वो परमात्मा शेर है ते मैं उस वाहिगुरु परमात्मा दी शरण दे विच हाँ। जे कोई मनुख शेर दी शरण विच चला जाता है तो की कहते ने, कहन लगे भेड़, बकरी, हिरन उस दे कोल दी भी नहीं लंघ सकते, उन्होंने नहीं पकड़ सकते। अर्थ की बनया कि ऐ औरंगजेब तू गिद्दड़ है, तू हिरन है, तेरिया फौजां भेड़ बकरियां ने, ते मैं उस परमात्मा रूपी शेर दी शरण दे विच हाँ। जिवें शेर दी शरण विच खड़े होए मनुख नूं हिरन भेड़ बकरियां पकड़ नहीं सकते, उहदे कोल दी भी नहीं लंघदे, इसे तरह दे नाल तेरे वर्गे हिरन, तेरे वर्गियां फौजां भेड़ बकरियां मेरा कुछ भी नहीं बिगाड़ सकियां। कसम मुसफे खुद अगर ई खुरम, ना फौजे अजी जेर शुभ अफगानम। तो इनू ध्यान समझ, अफगनम, इनू अफ फन गम नहीं पढ़ना, इदा गलत हो जाएगा, अफगनम। तो पातशाह कहते कसम मुसफे खुद अगर ई खुरम, कसम का अर्थ है सौं, मुसाफे का अर्थ है मूसा दे बचन कुरान, जिवें आप कहने गुरु ग्रंथ साहब तो कहने गुरु की बाणी, गुरु ग्रंथ साहब, उस तरह मुसाफे का अर्थ है मूसा दे बचन भाव कुरान, उन्होंने धर्म ग्रंथ है। अगर ई खुरम, अगर का अर्थ होंदा जेकर, आप कहने अगर ये गल हो जाए तो, जेकर ये गल, अगर का अर्थ है जेकर, खुरम का अर्थ है भरोसा। ना फौजे अजी जेर शुभ अफगनम, कहते ने ना फौजे अजी कदी अपनी फौज नूं, जेर शुभ अफगनम, अफगन का अर्थ होंदा पहाड़, अफगन का की अर्थ है पहाड़। अर्थ की बनया, धन गुरु कलगीधर पातशाह कहते ने, कहन लगे औरंगजेब जेकर मैं भी तेरे वांग धार्मिक ग्रंथ कुरान दियां सौहां खा लैंदा, ये दो अर्थ किए ने विद्वानों ने, तो मैं भी तेरियां चलाकियां समझ लैंदा। पर दूजे अर्थ जिहड़े विद्वानों ने किए ने कि हे औरंगजेब जिहड़ियां तू कुरान दियां सौहां खाधियां ने, जे मैं उहदे उपर भरोसा ना करदा, अफर ई अगर ई खुरम, अगर जेकर मैं भरोसा ना करदा जिहड़ियां तू कुरान दियां सौहां खाधियां ने, ना फौजे अजीम जेर शुभ अफगनम, तो मैं कदे भी अपनियां फौजां नूं किलियां चों बाहर ना कढ़दा, मैं कदे भी पहाड़ तो, अपना अर्थ पहाड़, मैं कदे भी पहाड़ तो थल्ले ना उतरदा, भाव नीवी थां ते ना आउंदा, उच्चे किले नूं ना छड्डदा। मैं तेरे कुरान दियां सौहां ते, तेरे कुरान दे उपर भरोसा कीता भी घट्टो घट तैनूं मेरे नाल तां प्यार नहीं है, मैनूं तो दुश्मन समझदा तू अपना, पर तू कुरान नाल ते प्यार करदा ही है ना, ते जिहड़ी कुरान दियां सौहां तू खाधियां ने, तू मेरा फिक्र ना करें,
ਤੈਨੂੰ ਕੁਰਾਨ ਦੀ ਸਹੁੰ ਦਾ ਫਿਕਰ ਤੇ ਜ਼ਰੂਰ ਹੋਵੇਗਾ। ਪਰ ਕਹਿਣ ਲੱਗੇ ਨਹੀਂ, ਮੈਨੂੰ ਇਸ ਗੱਲ ਦਾ ਭਰੋਸਾ ਸੀ ਤੂੰ ਕੁਰਾਨ ਦੀ ਕਦਰ ਕਰਦਾ ਹੋਵੇਗਾ, ਪਰ ਤੂੰ ਕੁਰਾਨ ਦੀਆਂ ਸੌਹਾਂ ਦੇ ਉੱਤੇ ਵੀ ਭਰੋਸਾ ਨਹੀਂ ਕੀਤਾ। ਇਸ ਕਰਕੇ ਜੇ ਮੈਂ ਵੀ ਇਹ ਸੋਚ ਲੈਂਦਾ ਤੇ ਮੈਂ ਕਦੇ ਵੀ ਪਹਾੜ ਤੋਂ ਥੱਲੇ ਨਾ ਉਤਰਦਾ, ਉੱਚੀ ਥਾਂ ਤੋਂ ਥੱਲੇ ਨਾ ਆਉਂਦਾ, ਆਪਣੀਆਂ ਫੌਜਾਂ ਨੂੰ ਕਿਲੇ ਛੱਡਣ ਨੂੰ ਨਾ ਕਹਿੰਦਾ। ਤੋ ਅਗਲਾ ਬਚਨ ਹੈ ਗੁਰਸ਼ਨਾ ਚੇਕਾਰ ਕੋ ਨੰਦ ਚੇਲ ਨਰ ਪਿਦਾ ਲਖ ਬਰਾਇਤ ਬਰੋ ਬੇਖਬਰ। ਤੁਹਾਡਾ ਇਹਦਾ ਜਿਹੜਾ ਅਰਥ ਹੈ ਨਾ ਗੁਰਮੁਖੋ, ਇਸ ਥੋੜਾ ਸਮਝੋ ਜੇ ਬੜੇ ਧਿਆਨ ਨਾਲ। ਇਹ ਮੰਨਿਆ ਗਰੋਸ਼ਨ ਕੇ ਕਾਰ ਕੁਨੰਦ ਚਹਿਲ ਨਰ, ਇਹਦਾ ਅਰਥ ਬਣਦਾ ਕਿ ਕਾਰ ਦਾ ਅਰਥ ਹੈ ਕੀ ਕਰਦੇ, ਚਹਿਲ ਨਰ ਦਾ ਅਰਥ ਹੈ 40 ਮਨੁੱਖ, ਭੁੱਖਣ ਭਾਣੇ 40 ਮਨੁੱਖ ਕੀ ਕਰਦੇ। ਗੁਰਸ਼ਨਾ ਕੀ ਕਾਰ ਕੁਨੰਦ ਚਹਿਲ ਨਰ, ਭੁੱਖੇ ਭਾਣੇ 40 ਮਨੁੱਖ ਕੀ ਕਰਦੇ ਕਿ ਦਾ ਲਖ ਬਰਾਇਤ ਬਰੋ ਬੇਖਬਰ। ਅੱਛਾ, ਜਿਹੜਾ ਆਮ ਤੌਰ 'ਤੇ ਨਾ ਜਿਹੜੇ ਸਾਡੇ ਪ੍ਰਚਾਰਕ ਨੇ ਜਾਂ ਪੜ੍ਹਨ ਵਾਲੇ ਨੇ ਉਹਨੂੰ 10 ਲੱਖ ਪੜ੍ਹਦੇ ਆ। ਇਹ 10 ਲੱਖ ਨਹੀਂ ਗਾ, ਇਹ ਤੁਸੀਂ ਧਿਆਨ ਨਾਲ ਸਮਝਣਾ, ਬੜੇ ਧਿਆਨ ਨਾਲ। ਇਹ 10 ਲੱਖ ਨਹੀਂ, 10 ਲੱਖ ਹੈ, ਲੱਲਾ ਕੱਕਾ ਹੈ। ਇਹ ਜਿਹੜਾ ਸ਼ੁੱਧ ਉਚਾਰਨ ਹੈ ਇਹਦਾ, ਉਹ ਲੱਖ ਨਹੀਂ ਗਾ, ਉਹ ਕੀ ਹੈ ਲੱਖ, ਲੱਲਾ ਕੱਕਾ ਲੱਖ। 10 ਲੱਖ ਦਾ ਅਰਥ ਹੁੰਦਾ ਹੈ ਬੇਗਿਣਤ, ਅਣਗਿਣਤ, ਅਣਗਿਣਤ ਜਿਹੜਾ ਇਹਦਾ ਅਰਥ ਹੈ। ਕਿਉਂਕਿ ਉਹ ਸਾਨੂੰ ਇੱਕੋ ਔਰ ਜਦੋਂ ਵੀ ਇਹ ਕਿਹਾ ਜਾਂਦਾ ਵੀ ਗੁਰੂ ਕਲਗੀਧਰ ਪਾਤਸ਼ਾਹ 10 ਲੱਖ ਦੀ ਜਿਹੜੀ ਫੌਜ ਹੈ, ਇਹਦਾ ਮੈਂ ਯਤਨ ਕਰਾਂਗਾ ਵੀ ਫਾਰਸੀ ਦੇ ਨਾ ਕੱਲ੍ਹ ਨੂੰ ਹੋਰ ਸਰੋਤ ਲਿਆ ਕੇ ਚੰਗੀ ਤਰ੍ਹਾਂ ਦੇ ਨਾਲ ਇਹ ਵੀ ਚੰਗੀ ਤਰ੍ਹਾਂ ਨਾਲ ਆਪਾਂ ਸਮਝ ਕੇ ਗੱਲ 10 ਲੱਖ ਦਾ 10 ਲੱਖ, 10 ਲੱਖ ਨਹੀਂ 10 ਲੱਖ ਕੱਕੇ ਨਾਲ। ਤੋ ਇੱਥੇ ਇੱਕ ਬਰਤਾਂਤ ਸਿਰਜਿਆ ਜਾਂਦਾ ਵੀ ਇੱਕ ਪਾਸੇ ਜੀ 40 ਸਿੱਖ ਸੀ, ਦੂਜੇ ਪਾਸੇ 10 ਲੱਖ ਦੀ ਫੌਜ ਸੀ। ਪਰ ਜਿਹੜੇ ਵਿਦਵਾਨ ਫਾਰਸੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਉਹ ਕਹਿੰਦੇ ਨੇ ਵੀ ਨਹੀਂ, ਇੱਥੇ ਪਾਤਸ਼ਾਹ ਨੇ ਜ਼ਿਕਰ ਗਿਣਤੀ ਦਾ ਨਹੀਂ ਕੀਤਾ। ਜ਼ਿਕਰ ਗਿਣਤੀ ਆਮ ਤੌਰ 'ਤੇ ਆਪਾਂ 10 ਲੱਖ ਹੀ ਕਰ ਦਿੰਦੇ ਹਾਂ, 10 ਲੱਖ। ਇਹਦਾ ਅਰਥ ਹੁੰਦਾ ਅਣਗਿਣਤ, ਅਣਗਿਣਤ। ਕਿਉਂਕਿ ਇੱਕ ਤਾਂ ਧਿਆਨ ਦਿਓ, ਉਸ ਸਮੇਂ ਜੇ ਆਪਾਂ ਇਹਨੂੰ ਥੋੜ੍ਹਾ ਹਿਰਦੇ ਦੇ ਉੱਤੇ ਹੱਥ ਧਰ ਕੇ ਬੜੇ ਧਿਆਨ ਨਾਲ ਸੋਚੋ, 10 ਲੱਖ ਦੀ ਫੌਜ ਔਰੰਗਜ਼ੇਬ ਦੇ ਕੋਲੇ ਪੂਰੀ ਫੌਜ ਵੀ ਨਹੀਂ ਸੀ। ਅੱਜ ਇੱਕ ਇਹ ਨੁਕਤੇ ਨੂੰ ਧਿਆਨ ਨਾਲ ਸਮਝੋ, ਅੱਜ ਸਾਡੇ ਦੇਸ਼ ਦੀ ਆਬਾਦੀ 135 ਕਰੋੜ ਹੈ। ਅੱਜ ਸਾਡੀ ਆਬਾਦੀ ਕਿੰਨੀ 135-40 ਕਰੋੜ ਹੈ। ਤੇ ਅੱਜ ਸਾਡੇ ਦੇਸ਼ ਕੋਲੇ 16 ਲੱਖ ਦੀ ਫੌਜ ਹੈ, 15-16 ਲੱਖ ਦੀ ਫੌਜ। 135 ਕਰੋੜ ਦੀ ਆਬਾਦੀ ਉੱਤੇ 16 ਲੱਖ ਦੀ ਫੌਜ ਹੈ ਅੱਜ। ਜਦੋਂ ਦੇਸ਼ ਦੀ ਆਬਾਦੀ 10-12 ਕਰੋੜ ਸੀ, ਉਦੋਂ ਸੰਭਵ ਹੈ ਵੀ 10 ਲੱਖ ਦੀ ਫੌਜ ਔਰ ਕੱਲੀ ਉੱਥੇ ਖੜੀ ਹੋਵੇ। ਕਿੱਥੇ ਖੜੀ ਹੋਵੇ? ਕੱਲੀ ਚਮਕੌਰ ਦੇ ਆਲੇ ਦੁਆਲੇ। ਜਦੋਂ ਕਿ ਜਿਹੜੀ ਔਰੰਗਜ਼ੇਬ ਦੀ 70% ਫੌਜ ਹੈ, ਇਹ ਧਿਆਨ, 70% ਜਿਹੜੀ ਫੌਜ ਹੈ, 70% ਫੌਜ ਦਾ ਜ਼ੋਰ ਦੱਖਣ ਭਾਰਤ ਉੱਤੇ ਲੱਗਿਆ ਸੀ। ਤੁਸੀਂ ਜੇਕਰ ਹਿੰਦੁਸਤਾਨ ਦਾ ਇਤਿਹਾਸ ਚੰਗੀ ਤਰ੍ਹਾਂ ਪੜ੍ਹੋ, ਜਿਹਨੇ ਪੜ੍ਹਿਆ ਹੋਵੇ, ਸਭ ਤੋਂ ਵੱਧ ਜਿਹੜੀਆਂ ਵਿਰੋਧਤਾ ਹੁੰਦੀਆਂ ਸੀ ਉਹ ਦੱਖਣ ਭਾਰਤ ਵਿੱਚ ਹੁੰਦੀਆਂ ਸੀ। ਔਰ ਔਰੰਗਜ਼ੇਬ ਨੇ ਆਪਣਾ ਬਹੁਤਾ ਸਮਾਂ ਦੱਖਣ ਭਾਰਤ ਦੀਆਂ ਜਿੱਤਾਂ ਉੱਪਰ ਹੀ ਲਾਇਆ, ਕਿਉਂਕਿ ਜਿਹੜੀਆਂ ਵਿਰੋਧ ਹੁੰਦਾ ਸੀ ਦੱਖਣ ਭਾਰਤ ਸਭ ਤੋਂ ਵੱਧ ਹੁੰਦਾ ਸੀ। ਉੱਧਰ ਜ਼ਿਆਦਾਤਰ ਮਹਾਰਾਸ਼ਟਰ ਦੇ ਵੱਲ, ਹੈਦਰਾਬਾਦ ਦੇ ਵੱਲ, ਉੱਧਰਲੇ ਪਾਸੇ ਔਰੰਗਜ਼ੇਬ ਬੜਾ ਸਮਾਂ ਰਿਹਾ। ਤਾਂ ਬਹੁਤੀਆਂ ਫੌਜਾਂ ਉੱਧਰ ਹੁੰਦੀਆਂ ਸੀ। ਇਸ ਕਰਕੇ ਜਿਹੜਾ ਇਹ ਪੰਜਾਬ ਦਾ ਇਲਾਕਾ ਸੀ, ਦਿੱਲੀ ਦੇ ਨਜ਼ਦੀਕ ਹੋਣ ਕਰਕੇ ਇੱਥੇ ਖਤਰਾ ਨਹੀਂ ਸੀ ਹੁੰਦਾ ਬਹੁਤਾ। ਔਰ ਸਿੱਖਾਂ ਦੇ ਨਾਲ ਉਸ ਸਮੇਂ ਬਹੁਤਾ ਔਰੰਗਜ਼ੇਬ ਉਲਝਿਆ ਵੀ ਨਹੀਂ ਸੀ। ਕੇਵਲ 2 ਜੰਗਾਂ ਖੀਲੀਆਂ ਸਿੱਖਾਂ ਦੇ ਨਾਲ ਤਾਂ ਹੋਈਆਂ ਔਰੰਗਜ਼ੇਬ ਦੀਆਂ, ਭਾਵੇਂ ਕਿ ਆਪਾਂ ਕਹਿ ਦਿੰਦੇ ਹਾਂ ਵੀ 14 ਜੰਗਾਂ ਹੋਈਆਂ, ਜਿਹਦੇ ਵਿੱਚੋਂ 12 ਜੰਗ ਸਨ ਜਿਹੜੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਹੋਏ। ਪਰ 12 ਜੰਗਾਂ ਦੇ ਵਿੱਚੋਂ ਔਰੰਗਜ਼ੇਬ ਦੀਆਂ ਫੌਜਾਂ ਨਾਲ ਕੇਵਲ 2 ਜੰਗ ਹੀ ਆ ਅਖੀਰਲੇ, ਜਿਹੜੇ ਅਖੀਰਲੇ 2 ਜੰਗ ਹੈ ਨਾ, ਉਹਨਾਂ ਜੰਗ ਦੇ ਵਿੱਚ ਹੀ ਜਿਹੜੀਆਂ ਨੇ ਔਰੰਗਜ਼ੇਬ ਦੀਆਂ ਫੌਜਾਂ ਆਉਂਦੀਆਂ। ਜਿਹੜੇ ਪਹਿਲੇ 10 ਜੰਗ ਨੇ, ਜਿਨ੍ਹਾਂ ਵਿੱਚੋਂ ਇੱਕ ਜੰਗ ਪਟਨਾ ਪਾਉਂਟਾ ਸਾਹਿਬ ਧਰਤੀ ਦੇ ਉੱਪਰ ਵੀ ਹੁੰਦਾ ਹੈ,
ਉਹ ਕੇਵਲ ਪਹਾੜੀ ਰਾਜਿਆਂ ਦੇ ਨਾਲ ਸਰ ਲੜਾਈਆਂ ਸਾਰੀਆਂ। ਭਾਵੇਂ ਕਿ ਸਾਨੂੰ ਇਹ ਵੀ ਕਿਹਾ ਕਿ ਦੇਖੋ ਜੀ ਗੁਰੂ ਸਾਹਿਬ ਦੇ ਉੱਤੇ ਮੁਸਲਮਾਨਾਂ ਨੇ ਇੰਜ ਕੀਤਾ ਉਂਝ ਕੀਤਾ, ਨਹੀਂ ਕੀਤਾ। ਪਹਿਲੀਆਂ 10 ਜੰਗਾਂ ਕੇਵਲ ਪਹਾੜੀ ਹਿੰਦੂ ਖੱਤਰੀ ਰਾਜਿਆਂ ਦੇ ਨਾਲ ਨਹੀਂ ਗੁਰੂ ਪਾਤਸ਼ਾਹ ਦੀਆਂ, ਅਖੀਰਲੀਆਂ 2 ਜੰਗਾਂ ਔਰੰਗਜ਼ੇਬ ਦੀਆਂ ਫੌਜਾਂ ਨਾਲ। ਤੋ ਇਸ ਕਰਕੇ ਇਹਦੀ ਕੱਲ੍ਹ ਨੂੰ ਆਪਾਂ ਚੰਗੀ ਤਰ੍ਹਾਂ ਹੋਰ ਵੀ ਇਹਨੂੰ ਸਮਝਾਂਗੇ। ਇਹਦਾ ਅਰਥ ਹੁੰਦਾ 10 ਲੱਖ। ਇੱਕ ਤਾਂ ਧਿਆਨ ਰੱਖਣਾ ਵੀ ਇਹ ਲੱਖ ਨਹੀਂ ਹੈ, ਲੱਖ ਹੈ ਕੱਕੇ ਨਾਲ। ਪਾਤਸ਼ਾਹ ਕਹਿੰਦੇ ਨੇ ਕੀ ਕਰਦੇ ਭੁੱਖਣ ਭਾਣੇ 40 ਮੇਰੇ ਸਿੱਖ 40 ਆਦਮੀ ਕੀ ਕਰਦੇ ਕਿ 10 ਲੱਖ ਬਰਾਇਤ ਬਰੋ ਬੇਖਬਰ। ਬਰੋ ਬੇਖਬਰ ਦਾ ਅਰਥ ਹੁੰਦਾ ਅਚਾਨਕ, ਬਿਨਾਂ ਕਿਸੇ ਖਬਰ ਤੋਂ। ਬੇਖਬਰ ਦਾ ਕੀ ਅਰਥ ਹੈ? ਬਿਨਾਂ ਕਿਸੇ ਖਬਰ ਤੋਂ ਅਚਾਨਕ ਜਦੋਂ ਬੇਗਿਣਤ ਅਣਗਿਣਤ ਭੀੜ ਨੇ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ। ਤੇ ਕੀ ਕਰਦੇ 40 ਅੰਦਰ 40 ਨੇ, ਇਹ ਗਿਣਤੀ ਸਹੀ ਹੈ। ਕੀ ਕਰਦੇ ਪਾਤਸ਼ਾਹ ਕਹਿੰਦੇ ਇੱਕ ਤਾਂ ਸੀ ਭੁੱਖਣ ਭਾਣੇ, ਕਈ ਮਹੀਨਿਆਂ ਤੋਂ ਭੁੱਖੇ ਸਨ, ਤੇ ਉਹਨਾਂ ਦੇ ਉੱਪਰ ਜਦੋਂ ਅਣਗਿਣਤ ਫੌਜਾਂ ਨੇ ਹਮਲਾ ਕਰ ਦਿੱਤਾ। ਔਰੰਗਜ਼ੇਬ ਤੂੰ ਆਪ ਹੀ ਸੋਚ ਕਿ ਇਹ ਕੋਈ ਜੰਗ ਬਣਦੀ ਸੀ? ਇੱਕ ਪਾਸੇ ਅਣਗਿਣਤ ਹੋਣ, ਦੂਜੇ ਪਾਸੇ ਭੁੱਖਣ ਭਾਣੇ ਕੇਵਲ 40 ਹੋਣ, ਇਹ ਕੋਈ ਮੁਕਾਬਲਾ ਨਹੀਂ ਸੀ। ਤੋ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਔਰੰਗਜ਼ੇਬ ਤੂੰ ਬਹਾਦਰ ਨਹੀਂ ਹੈ, ਤੂੰ ਯੋਧਾ ਨਹੀਂ ਹੈ, ਤੂੰ ਡਰਾਕਲ ਹੈ। ਤੂੰ ਬਿਲਕੁਲ ਇੱਕ ਤਰ੍ਹਾਂ ਦੇ ਨਾਲ ਡਰਿਆ ਹੋਇਆ ਇਨਸਾਨ ਹੈ ਜਿਹਨੇ ਅਣਗਿਣਤ ਫੌਜਾਂ ਚੜ੍ਹਾ ਦਿੱਤੀਆਂ ਕੇਵਲ 40 ਭੁੱਖੇ ਭਾਣਿਆਂ ਦੇ ਉੱਪਰ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ। ਸੋ ਇੱਥੋਂ ਹੀ ਆਪਾਂ ਜਿਹੜੀ ਵਿਚਾਰ ਹੈ ਉਹ ਅੱਗੇ ਲੈ ਕੇ ਚੱਲਾਂਗੇ ਜੀ। ਸਮੇਂ ਦੀ ਸਮਾਪਤੀ ਹੈ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।